हाँ जी बेटा, ये अपना जिहड़ा हैगा 9 ਦਸੰਬਰ ਦਾ ਲੈਕਚਰ ਹੈਗਾ ਜਿਸ ਦੇ ਵਿੱਚ ਆਪਾਂ ਨੇ ਪ੍ਰੋਬੇਬਿਲਿਟੀ ਚੈਪਟਰ ਸਟਾਰਟ ਕੀਤਾ ਹੋਇਆ ਹੈ। ਨੈਕਸਟ ਆਪਣਾ ਟੌਪਿਕ ਹੈਗਾ ਕੰਡੀਸ਼ਨਲ ਪ੍ਰੋਬੇਬਿਲਿਟੀ। ਕੰਡੀਸ਼ਨਲ ਪ੍ਰੋਬੇਬਿਲਿਟੀ ਕੀ ਹੁੰਦਾ ਹੈਗਾ ਬੇਟਾ? ਕੰਡੀਸ਼ਨਲ ਪ੍ਰੋਬੇਬਿਲਿਟੀ ਕੀ ਕਹਿੰਦਾ ਹੈਗਾ ਕਿ ਕੰਡੀਸ਼ਨਲ ਪ੍ਰੋਬੇਬਿਲਿਟੀ ਆਫ ਦਾ ਅਕਰੈਂਸ ਆਫ ਐਨ ਇਵੈਂਟ ਈ ਕਦੋਂ ਹੈ। ਕੰਡੀਸ਼ਨਲ ਪ੍ਰੋਬੇਬਿਲਿਟੀ ਆਪਾਂ ਕਿਸੇ ਇਵੈਂਟ ਈ ਦੀ ਕੱਢਦੇ ਹਾਂ ਕਿ ਕਦੋਂ ਹੈਪਨ ਹੋਏਗਾ given that an event f has already occurred। ठीक है, ਜਦੋਂ ਤੁਹਾਨੂੰ ਇਹ ਚੀਜ਼ ਗਿਵਨ ਹੈ ਕਿ ਕੋਈ ਪਰਟੀਕੂਲਰ ਇਵੈਂਟ ਹੈ ਜਿਹੜਾ ਉਹ ਆਲਰੇਡੀ ਹੈਪਨ ਹੋ ਚੁੱਕਿਆ, ਕੰਡੀਸ਼ਨ ਲਗਾ ਦਿੱਤੀ ਗਈ ਕਿ ਇਹ ਚੀਜ਼ ਤਾਂ ਆਲਰੇਡੀ ਹੋ ਚੁੱਕੀ ਹੈ, ਤਾਂ ਤੁਸੀਂ ਪ੍ਰੋਬੇਬਿਲਿਟੀ ਆਫ ਇਵੈਂਟ ਈ ਦੀ ਕੱਢਣੀ ਹੈ। ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਕੰਡੀਸ਼ਨਲ ਪ੍ਰੋਬੇਬਿਲਿਟੀ ਕਹਿ ਦਿੰਦੇ ਹਾਂ। ਅਤੇ ਇਹਨੂੰ ਕੀ ਹੈ? ਪ੍ਰੋਬੇਬਿਲਿਟੀ ਆਫ ਈ ਡਿਵਾਈਡਸ ਐਫ। ਐਫ ਕੀ ਹੈ? ਤੁਹਾਡੀ ਕੰਡੀਸ਼ਨ ਹੈ ਕਿ ਇਹ ਆਲਰੇਡੀ ਹੈਪਨ ਹੋ ਚੁੱਕਿਆ ਹੈਗਾ, ਅਤੇ ਪ੍ਰੋਬੇਬਿਲਿਟੀ ਆਫ ਈ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਕੱਢਣੀ ਹੈ। ਮੀਨਸ ਇਹਦੇ ਵਿੱਚ ਕੀ ਹੈਗਾ? ਟੋਟਲ ਸੈਂਪਲ ਸਪੇਸ ਨਹੀਂ ਆਏਗਾ ਕਿ ਜਿੰਨਾ ਤੁਹਾਨੂੰ ਸਾਰਾ ਸੈਂਪਲ ਸਪੇਸ ਗਿਵਨ ਹੈ ਉਹ ਨਹੀਂ ਲੈਣਾ ਹੈਗਾ। ਤੁਸੀਂ ਇਹਦੇ ਵਿੱਚ ਕੀ ਹੈਗਾ ਜੋ ਆਲਰੇਡੀ ਹੋ ਚੁੱਕਿਆ ਹੈਗਾ, ਠੀਕ ਹੈ, ਜੋ ਇਵੈਂਟ ਤੁਹਾਡੇ ਕੋਲ ਹੈ ਉਹਨੂੰ ਤੁਸੀਂ ਕੰਸੀਡਰ ਕਰੋਗੇ। ਇਹਦੇ ਵਿੱਚ ਕੀ ਹੈ ਬੇਟਾ? ਪ੍ਰੋਬੇਬਿਲਿਟੀ ਆਫ ਈ ਡਿਵਾਈਡਸ ਐਫ, ਈ ਕੰਡੀਸ਼ਨਲ ਐਫ ਕੱਢਣ ਦਾ ਜਿਹੜਾ ਫਾਰਮੂਲਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ, ਨੰਬਰ ਆਫ ਇਵੈਂਟਸ ਫੇਵਰੇਬਲ ਟੂ ਐਫ ਵਿਚ ਆਰ ਆਲਸੋ ਫੇਵਰੇਬਲ ਟੂ ਈ। ਕਲੀਅਰ? ਉੱਪਰ ਆਪਣੇ ਕੋਲ ਕੀ ਆ ਜਾਏਗਾ? ਨੰਬਰ ਆਫ ਇਵੈਂਟਸ ਫੇਵਰੇਬਲ ਟੂ ਐਫ, ਐਫ ਦੀ ਵੀ ਫੇਵਰ 'ਚ ਹੈ ਅਤੇ ਈ ਦੀ ਵੀ ਫੇਵਰ 'ਚ ਹੈ। ਅਤੇ ਕਿ ਨੀਚੇ ਆਪਣੇ ਕੋਲ ਆ ਜਾਏਗਾ ਨੰਬਰ ਆਫ ਇਵੈਂਟਸ ਫੇਵਰੇਬਲ ਟੂ ਓਨਲੀ ਐਫ। ਜਾਂ ਆਪਾਂ ਕਹਿ ਸਕਦੇ ਹੈਗੇ ਕਿਉਂਕਿ ਈ ਅਤੇ ਐਫ ਦੋਨਾਂ ਦੀ ਫੇਵਰ 'ਚ ਹੈ, ਈ ਐਂਡ ਐਫ। ਈ ਐਂਡ ਐਫ ਦਾ ਮਤਲਬ ਕੀ ਹੈ? ਈ ਇੰਟਰਸੈਕਸ਼ਨ ਐਫ। ਤਾਂ ਮੀਨਸ ਫਾਰਮੂਲਾ ਆਪਣੇ ਕੋਲ ਕੀ ਬਣ ਗਿਆ? ਪ੍ਰੋਬੇਬਿਲਿਟੀ ਆਫ ਈ ਕੰਡੀਸ਼ਨਲ ਐਫ ਆਪਣੇ ਕੋਲ ਲੱਗੀ ਹੋਈ ਹੈ, ਪ੍ਰੋਬੇਬਿਲਿਟੀ ਆਫ ਈ ਇੰਟਰਸੈਕਸ਼ਨ ਐਫ ਅਪੋਨ ਪ੍ਰੋਬੇਬਿਲਿਟੀ ਆਫ ਐਫ। ਇਹ ਕੀ ਕੰਡੀਸ਼ਨਲ ਪ੍ਰੋਬੇਬਿਲਿਟੀ ਕੱਢਣ ਦਾ ਫਾਰਮੂਲਾ ਹੈਗਾ। ਆ ਡੈਫੀਨੇਸ਼ਨ ਲਿਖੀ ਹੋਈ ਹੈ ਬੇਟਾ, ਤੁਸੀਂ ਯਾਦ ਕਰ ਸਕਦੇ ਹੋਗੇ ਕਿ ਈ ਐਂਡ ਐਫ ਜੇ ਦੋ ਇਵੈਂਟਸ ਹੈ ਵਿਦ ਦਾ ਸੇਮ ਸੈਂਪਲ ਸਪੇਸ, ਕਿ ਤੁਹਾਡਾ ਸੇਮ ਹੈਗਾ with the sample space of the same random experiment, the conditional probability of E condition F of the occurrence of E is this one। clear? ਇਹ ਫਾਰਮੂਲਾ ਤੁਸੀਂ ਯਾਦ ਰੱਖਣਾ। probability of F must be not equal to 0। ਇਹਨੂੰ ਆਪਾਂ ਐਗਜ਼ਾਮਪਲ ਦੇ ਥਰੂ ਸਮਝਦੇ ਹੈਗੇ ਕਿ ਜਿਵੇਂ ਕਿ ਇੱਕ ਡਾਈ ਆਪਾਂ ਨੇ ਥਰੋਨ ਕੀਤਾ 2 ਵਾਰ, ਟਵਾਈਸ, ਐਂਡ ਦਾ ਸਮ ਆਫ ਦਾ ਨੰਬਰਸ ਅਪੀਅਰਿੰਗ ਇਜ਼ ਓਬਜ਼ਰਵ ਟੂ ਬੀ 6। ਠੀਕ ਹੈ, ਜਦੋਂ ਆਪਾਂ ਦੋਨੋਂ ਡਾਈਜ਼ ਨੂੰ ਥਰੋ ਕਰਦੇ ਹਾਂ ਤਾਂ ਉਹਨਾਂ ਦਾ ਸਮ ਜਿਹੜਾ ਬਣਦਾ ਉਹ ਕੀ ਬਣੇਗਾ? 6 ਬਣੇਗਾ। ਕਲੀਅਰ? ਵਟ ਇਜ਼ ਦਾ ਕੰਡੀਸ਼ਨਲ ਪ੍ਰੋਬੇਬਿਲਿਟੀ ਦੈਟ, ਆਪਾਂ ਨੇ ਕੰਡੀਸ਼ਨਲ ਪ੍ਰੋਬੇਬਿਲਿਟੀ ਕੱਢਣੀ ਹੈ ਕਿ ਨੰਬਰ 4 ਹੈਜ਼ ਅਪੀਅਰਡ ਐਟ ਲੀਸਟ ਵਨਸ। ਘੱਟੋ ਘੱਟ ਨੰਬਰ ਇੱਕ ਡਾਈ ਦੇ ਉੱਤੇ 4 ਨੰਬਰ ਆਵੇ। ਇਸ ਚੀਜ਼ ਦੀ ਆਪਾਂ ਕੰਡੀਸ਼ਨਲ ਪ੍ਰੋਬੇਬਿਲਿਟੀ ਕੱਢਣੀ ਹੈ। ਕਿਵੇਂ? ਦੇਖੋ ਕੰਡੀਸ਼ਨ ਕੀ ਲਗਾਤੀ ਗਈ ਆਪਣੇ ਕੋਲ? ਸਿਰਫ ਜਿਹੜਾ ਸਮ ਹੈਗਾ ਉਹ ਕੀ ਹੈਗਾ? 6 ਹੈਗਾ। ਠੀਕ ਹੈ, ਅਤੇ ਆਪਾਂ ਨੇ ਘੱਟੋ ਘੱਟ ਇੱਕ ਡਾਈ 'ਤੇ 4 ਜ਼ਰੂਰ ਹੋਣਾ ਚਾਹੀਦਾ। ਆਪਾਂ ਨੇ ਸਪੋਜ਼ ਕਰ ਲਿਆ ਈ ਇਵੈਂਟ ਕੀ ਹੈਗਾ? ਨੰਬਰ 4 ਅਪੀਅਰ ਐਟ ਲੀਸਟ 1 ਅਤੇ ਐਫ ਹੈਗਾ ਸਮ ਆਫ ਨੰਬਰਸ ਅਪੀਅਰਿੰਗ 6। ਕਲੀਅਰ? ਹੁਣ ਆਪਾਂ ਨੂੰ ਪਤਾ ਹੈਗਾ ਕਿ ਇਵੈਂਟ ਦੇਖੋ ਇਹਦੇ ਹੈਪਨ ਦਾ ਕੀ ਹੈ ਕਿ ਘੱਟੋ ਘੱਟ 1 ਅਤੇ 4 ਜ਼ਰੂਰ ਆਵੇ, ਇੱਕ ਡਾਈ 'ਤੇ 4 ਜ਼ਰੂਰ ਆਵੇ। ਤਾਂ ਇਸ ਤਰ੍ਹਾਂ ਦੇ ਕਿੰਨੇ ਕੇਸਿਸ ਬਣ ਸਕਦੇ ਆ? ਪਹਿਲਾਂ ਫਸਟ ਡਾਈ 'ਤੇ ਆਪਾਂ ਨੇ 4 ਲੈ ਲਿਆ, ਦੂਸਰੇ 'ਤੇ 1 2 3 4 5 6 ਕੁਛ ਵੀ ਆ ਸਕਦਾ। ਫਿਰ ਆਪਾਂ ਸੈਕਿੰਡ ਡਾਈ 'ਤੇ 4 ਲੈ ਲਿਆ ਅਤੇ ਫਸਟ ਡਾਈ 'ਤੇ ਕੁਛ ਵੀ ਆ ਸਕਦਾ 1 2 3 ਅਪ ਟੂ 6। ਉਸ ਤੋਂ ਸੈਕਿੰਡ ਐਫ ਦੇ ਵਿੱਚ ਕੀ ਸੀਗਾ? ਐਫ ਕੀ ਕਹਿ ਰਿਹਾ? ਸਮ ਆਫ ਨੰਬਰਸ ਕੀ ਹੋਊਗਾ? 6 ਹੋਊਗਾ। ਹੁਣ ਆਪਾਂ ਉਹ ਵਾਲੇ ਨੰਬਰਸ ਲੈਣੇ ਜਿਨ੍ਹਾਂ ਦਾ ਸਮ ਕੀ 6 ਬਣਦਾ। ਜੇ ਆਪਾਂ 1 ਲੈਂਦੇ ਹਾਂ ਤਾਂ 5 ਦੇ ਨਾਲ 6 ਬਣੇਗਾ, 2 4 3 3 4 2 5 1। ਕਲੀਅਰ? ਇਹ ਕੀ ਬਣ ਗਿਆ ਆਪਣੇ ਕੋਲ? ਉਸ ਤੋਂ ਬਾਅਦ ਪ੍ਰੋਬੇਬਿਲਿਟੀ ਆਫ ਈ ਕਰਦੇ ਤਾਂ ਆਪਾਂ ਨੂੰ ਪਤਾ ਟੋਟਲ ਨੰਬਰ ਆਫ ਕੇਸਿਸ ਕਿੰਨੇ ਹੁੰਦੇ? 36 ਹੁੰਦੇ ਜਦੋਂ ਆਪਾਂ 2 ਡਾਈ ਸਿੱਟਦੇ ਹਾਂ। ਤਾਂ ਇਹ ਆਪਣੇ ਕੋਲ ਕਿੰਨੇ ਬਣ ਗਏ ਕਿ 11 ਕੇਸਿਸ ਹੋ ਗਏ। ਕਲੀਅਰ? ਤਾਂ 11 ਕੇਸਿਸ ਹੋ ਗਏ। ਪ੍ਰੋਬੇਬਿਲਿਟੀ ਆਫ ਈ ਆਪਣੇ ਕੋਲ 11/36, ਪ੍ਰੋਬੇਬਿਲਿਟੀ ਆਫ ਐਫ ਆਪਣੇ ਕੋਲ ਹੈਗੀ 5/36,
तो जे ई इंटरसैक्शन एफ की गल करिए तो कॉमन केसिस की है अपने को दो केसिस है 2 4 तो 4 2 तो ई इंटरसैक्शन एफ की प्रोबेबिलिटी होगी 2/36 तो कंडीशनल प्रोबेबिलिटी का फार्मूला अपन पता ही है ई इंटरसैक्शन एफ अपॉन प्रोबेबिलिटी ऑफ एफ क्लीयर वैल्यूज इतने पुट करनी 2/5 अपने को की है आंसर आ जाएगा। इस तरह जो है सम्स आपाने कढ़नी हैगी जिमें कि आप एक होर एग्जाम्पल तुसी देख सकते होंगे कि थर्ड एग्जाम्पल जिमें कि प्रोबेबिलिटी दैट ए पर्सन स्टॉपिंग एट ए पेट्रोल पंप विल आस्क टू हैव हिज टायर चैकड इज़ 0.12 ठीक है। कोई परसन है जो पेट्रोल पंप पर रुकता है तो टायर चैक करवाने की प्रोबेबिलिटी की है 0.12 द प्रोबेबिलिटी दैट ही विल आस्क टू हैव हिज ऑयल चैकड की प्रोबेबिलिटी है कि 0.29 आपने की करना है द प्रोबेबिलिटी दैट ही विल आस्क टू हैव बोथ ऑफ दैम दोनों चैक करने की प्रोबेबिलिटी है 0.07 आपने फर्स्ट पार्ट दे विच प्रोबेबिलिटी कढ़नी है दैट ए परसन हू हैज़ ऑयल चैक विल आल्सो हैव टायर चैकड कि जेड़ा ऑयल चैक करवाऊगा और टायर भी चैक करवाएगा। हुण देखो इत्थे कंडीशन की हैगी कि ऑयल तो वो चैक करवा ही रहा है क्लीयर अपने टायर चैक करने की जी प्रोबेबिलिटी है वो कढ़नी हैगी क्लीयर। फर्स्टली तो आप सपोज कर लाँगे नंबरस नाल कि ए किनू डिनोट करें परसन चैक द टायर ठीक है। ए परसन की है ए डिनोट कर रहे हैं जो टायर चैक करते हैं बी डिनोट कर रहे जो ऑयल चैक करते हैं तो प्रोबेबिलिटी ऑफ ए कितनी होगी 0.12 प्रोबेबिलिटी ऑफ बी होगी 0.29 तो ए इंटरसेक्शन बी होगी 0.07 तो फर्स्ट जो रिक्वायर्ड प्रोबेबिलिटी की होगी ऑयल तो वो ऑलरेडी चैक कर ही रहा है ठीक है यानी कि बी तो ऑलरेडी हैपन है ही है अपने प्रोबेबिलिटी ऑफ ए कढ़ने कि वो टायर भी चैक करवाएगा तो ए बाय बी आ गया जी प्रोबेबिलिटी करनी उन्होंने ऊपर रखना है ए इंटरसेक्शन बी अपॉन बी वैल्यूज अपन सारियां पता ही पुट कर दी है। सैकेंड पार्ट च वट इज़ द प्रोबेबिलिटी दैट ए परसन स्टॉपिंग एट पेट्रोल पंप विल हैव आइदर टायर और ऑयल चैक हुण इहदा की मतलब है और आ गया देखो वर्ड और दे विच की कढ़दे हुन्ने आपां वैसे यूनीयन करते हैं इत्थे दा इहदा मतलब भी वही है जां तां वो टायर चैक कराएगा जां ऑयल चैक करवाएगा तो मीनस आपने किहदी वैल्यू कढ़नी है यूनीयन की वैल्यू कढ़नी है ए और बी फार्मूला तो आता है वैल्यूज अपन गिवन है। वट इज़ द प्रोबेबिलिटी दैट ए परसन स्टॉपिंग एट द पेट्रोल पंप विल हैव नाइदर हिज टायर नॉर ऑयल चेक ना तो टायर चेक करवा रहे ना ही ऑयल चेक कर रहे इसका सिंपल सा फार्मूला है कि यूनियन अपने कढ़िया 1 - ए यूनियन बी कर दो तो अपने को लेके आ जाएगा आंसर आ जाएगा क्लीयर। इस तरह जो सम्स है ये कंडीशनल प्रोबेबिलिटी के नाल अपने करने बाकी के एग्जाम्पल्स भी बेटे इसी तरह ही हैं। जो कोई डाउट हो किसी एग्जाम्पल तो तुसी बेटा पूछ सकते हो। 10th डी एक्सरसाइज थोड़ी कंडीशनल प्रोबेबिलिटी के नाल सॉल्व होएगी। उस तो बाद अपने को इंडिपेंडेंट इवेंट्स आ जाती हैगी। इंडिपेंडेंट इवेंट्स की होंदी है 2 इवेंट्स ई एंड एफ डिफाइंड ऑन द सेम सैंपल स्पेस से अपने को the random experiment are said to be independent दो इवेंट्स ਨੂੰ ਆਪਾਂ इंडिपेंडेंट करना ਜਦੋਂ ਉਹਨਾਂ ਦੀ ਇੰਟਰਸੈਕਸ਼ਨ ਕੀ ਹੋਵੇ ਇਕੁਅਲ ਟੂ ਪ੍ਰੋਬੇਬਿਲਿਟੀ ਆਫ E ਇਨਟੂ ਪ੍ਰੋਬੇਬਿਲਿਟੀ ਆਫ F ਕਲੀਅਰ। ਇਹਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ two events which are such that one of them has occurred does not change the probability of the occurrence of the other are called independent events। ਇਹਦਾ ਮਤਲਬ ਕੀ ਹੈਗਾ ਕਿ ਜਦੋਂ ਇੱਕ ਇਵੈਂਟ ਦੇ ਵਾਪਰਨ ਨਾਲ ਦੂਜੇ ਇਵੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਹੈਗੀ ਕਿ ਦੂਜੇ ਇਵੈਂਟ ਦੇ ਵਾਪਰਨ 'ਚ ਕੋਈ ਪ੍ਰੋਬਲਮ ਨਹੀਂ ਆ ਰਹੀਗੀ ਤਾਂ ਉਹਨੂੰ ਆਪਾਂ ਕੀ ਕਹਿੰਦੇ ਇੰਡੀਪੈਂਡੈਂਟ ਇਵੈਂਟਸ ਕਹਿੰਦੇ ਆ। ਮੀਨਸ ਦੋਨਾਂ ਦੀ ਪ੍ਰੋਬੇਬਿਲਿਟੀ ਇੱਕ ਦੂਜੇ ਨੂੰ ਇਫੈਕਟ ਨਹੀਂ ਕਰ ਰਹੀ ਹੈਗੀ ਕਲੀਅਰ। ਦੋਨਾਂ ਦੀ ਜਿਹੜੀ ਪ੍ਰੋਬੇਬਿਲਿਟੀ ਹੈ ਉਹ ਕੀ ਹੈਗਾ ਦੋ ਇਵੈਂਟਸ ਜਦੋਂ ਵਾਪਰ ਰਹੇ ਹੈ ਠੀਕ ਹੈ ਜਿਵੇਂ E ਕੰਡੀਸ਼ਨਲ F ਕੱਢ ਰਹੇ ਤਾਂ ਪ੍ਰੋਬੇਬਿਲਿਟੀ ਆਫ E ਦੇ ਇਕੁਅਲ ਆ ਗਿਆ ਜਾਂ ਮੀਨ ਪ੍ਰੋਬੇਬਿਲਿਟੀ ਆਫ F ਕੰਡੀਸ਼ਨਲ E ਕੱਢ ਰਹੇ ਦੈਟ ਇਜ਼ ਇਕੁਅਲ ਟੂ ਪ੍ਰੋਬੇਬਿਲਿਟੀ ਆਫ F ਤਾਂ ਮੀਨ ਜਿਵੇਂ ਆਪਾਂ ਪਿਛਲੀ ਕੰਡੀਸ਼ਨ ਲਗਾ ਦਿੱਤੀ ਸੀ ਕਿ ਇੱਕ ਇਵੈਂਟ ਦੇ ਵਾਪਰਨ ਦਾ ਪਹਿਲੇ ਇਵੈਂਟ 'ਤੇ ਅਸਰ ਪੈ ਰਿਹਾ ਹੈਗਾ ਉਹ ਚੀਜ਼ ਇਹਦੇ ਵਿੱਚ ਨਹੀਂ ਹੈਗੀ ਕਲੀਅਰ।
ਉਹ ਚੀਜ਼ ਇਹਦੇ ਵਿੱਚ ਨਹੀਂ ਹੈਗੀ। ਮੀਨਸ ਦੋਨੋਂ ਕੀ ਹੈ, ਇੰਡੀਪੈਂਡੈਂਟ ਹੈ, ਇੱਕ ਦੂਜੇ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ ਹੈਗਾ ਗਾ, ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ, ਇੰਡੀਪੈਂਡੈਂਟ ਇਵੈਂਟਸ ਕਹਿ ਦਿੰਦੇ ਹਾਂ। ਤਾਂ ਪ੍ਰੋਬੇਬਿਲਿਟੀ ਆਫ ਈ ਐਂਡ ਐਫ, ਇਹਦਾ ਫਾਰਮੂਲਾ ਬੇਟਾ ਯਾਦ ਰੱਖਣਾ ਤੁਸੀਂ, ਪ੍ਰੋਬੇਬਿਲਿਟੀ ਆਫ ਈ ਇੰਟੂ ਪ੍ਰੋਬੇਬਿਲਿਟੀ ਆਫ ਐਫ। ਕਲੀਅਰ? ਇਹਨੂੰ ਤੁਸੀਂ ਆਹ ਐਗਜ਼ਾਮਪਲ ਦੇ ਥਰੂ ਸਮਝ ਸਕਦੇ ਹੋ। ਦਾ ਇਵੈਂਟਸ ਈ ਐਂਡ ਐਫ ਆਰ ਗਿਵਨ ਟੂ ਬੀ ਇੰਡੀਪੈਂਡੈਂਟ, ਆਪਾਂ ਨੂੰ ਗਿਵਨ ਹੈ। ਫਾਈਂਡ ਪ੍ਰੋਬੇਬਿਲਿਟੀ ਆਫ ਐਫ ਆਪਾਂ ਨੇ ਕੱਢਣੀ ਹੈ। ਇਫ ਇਟ ਇਜ਼ ਗਿਵਨ ਦੈਟ ਪ੍ਰੋਬੇਬਿਲਿਟੀ ਆਫ ਈ ਅਤੇ ਪ੍ਰੋਬੇਬਿਲਿਟੀ ਆਫ ਯੂਨੀਅਨ ਆਪਾਂ ਨੂੰ ਗਿਵਨ ਹੈਗੀ। ਕਲੀਅਰ? ਤਾਂ ਪ੍ਰੋਬੇਬਿਲਿਟੀ ਆਫ ਈ ਯੂਨੀਅਨ ਐਫ ਆਪਾਂ ਨੂੰ ਗਿਵਨ ਹੈ, ਪ੍ਰੋਬੇਬਿਲਿਟੀ ਆਫ ਈ ਗਿਵਨ ਹੈ। ਫਾਰਮੂਲਾ ਆਪਾਂ ਨੂੰ ਪਤਾ ਹੈ ਯੂਨੀਅਨ ਦਾ ਕੀ ਹੁੰਦਾ ਹੈ। ਇੱਥੋਂ ਆਪਾਂ ਐਫ ਦੀ ਵੈਲਿਊ ਕੱਢ ਲਾਂਗੇ, ਪ੍ਰੋਬੇਬਿਲਿਟੀ ਆਫ ਐਫ ਜਿਹੜੀ ਹੈ ਉਹ ਫਾਈਂਡ ਆਊਟ ਕਰਨੀ ਹੈ, ਉਹਦੀ ਵੈਲਿਊ ਕੱਢਾਂਗੇ। ਈ ਇੰਟਰਸੈਕਸ਼ਨ ਐਫ, ਕਿਉਂਕਿ ਦੋਨੋਂ ਇੰਡੀਪੈਂਡੈਂਟ ਹੈ, ਇਹਨੂੰ ਆਪਾਂ ਲਿਖ ਸਕਦੇ ਪ੍ਰੋਬੇਬਿਲਿਟੀ ਆਫ ਈ ਇੰਟੂ ਪ੍ਰੋਬੇਬਿਲਿਟੀ ਆਫ ਐਫ। ਪ੍ਰੋਬੇਬਿਲਿਟੀ ਆਫ ਐਫ, ਇਹਦੀ ਵੈਲਿਊ ਪੁੱਟ ਕਰ ਦਿੱਤੀ ਗਈ, ਇਹਦੇ ਵਿੱਚੋਂ ਪ੍ਰੋਬੇਬਿਲਿਟੀ ਆਫ ਐਫ ਕਾਮਨ ਕੱਢ ਲਿੱਤਾ, 1 ਮਾਈਨਸ 0.35 ਦੀ ਵੈਲਿਊ 0.65 ਸੋਲਵ ਕਰ ਲਵਾਂਗੇ। ਕਲੀਅਰ? ਉਸ ਤੋਂ ਬਾਅਦ ਇਸ ਚੀਜ਼ ਦਾ ਵੀ ਧਿਆਨ ਰੱਖਣਾ, ਜੇ ਆਪਣੇ ਕੋਲ ਤਿੰਨ ਇਵੈਂਟਸ ਕੀ ਹੈ, ਇੰਡੀਪੈਂਡੈਂਟ ਹੈਗੇ, ਤਾਂ ਪ੍ਰੋਬੇਬਿਲਿਟੀ ਆਫ ਏ ਇੰਟਰਸੈਕਸ਼ਨ ਬੀ ਇਜ਼ ਇਕੁਅਲ ਟੂ ਪ੍ਰੋਬੇਬਿਲਿਟੀ ਆਫ ਏ ਇੰਟੂ ਪ੍ਰੋਬੇਬਿਲਿਟੀ ਆਫ ਬੀ ਦੇ ਇਕੁਅਲ ਆਏਗਾ। ਏ ਇੰਟਰਸੈਕਸ਼ਨ ਸੀ, ਠੀਕ ਹੈ, ਤਿੰਨੋਂ ਵੀ ਕੀ ਹੋਣਗੇ, ਇੰਡੀਪੈਂਡੈਂਟ ਹੈ, ਤਾਂ ਤਿੰਨਾਂ ਦੀ ਇੰਟਰਸੈਕਸ਼ਨ ਪ੍ਰੋਬੇਬਿਲਿਟੀ ਆਫ ਏ ਬੀ ਸੀ ਦੇ ਇਕੁਅਲ ਆ ਜਾਏਗੀ। ਉਸ ਤੋਂ ਬਾਅਦ ਆਰਟੀਕਲਸ ਆਪਣੇ ਕੋਲ ਬੇਟਾ 13 ਆਰਟੀਕਲ ਹੈ ਕਿ ਇਫ ਦ ਇਵੈਂਟਸ ਈ ਐਂਡ ਐਫ ਆਰ ਦ independent events, then probability of E by F is equal to probability of E and probability of F divided C is equal to probability of F ਦੇ equal ਆਏਗਾ। Since E and F are independent events, therefore ਦੋਨਾਂ ਦੀ intersection equal to ਕਿ probability of E into probability of F, ਤਾਂ E by F values put करके cancel हो जाएगा, probability of E है, simple है, हो जाएगा। clear? ਤੇ E and it should be clearly kept in mind कि probability of E and F is equal to probability of E into probability of F ਕਦੋਂ ਹੁੰਦਾ, ਜਦੋਂ ਦੋਨੋਂ ਕੀ ਇੰਡੀਪੈਂਡੈਂਟ ਹੈ। ਜਨਰਲ ਕੇਸ ਦੇ ਵਿੱਚ ਕੀ ਹੁੰਦਾ, ਕੰਡੀਸ਼ਨਲ ਪ੍ਰੋਬੇਬਿਲਿਟੀ 'ਚੋਂ ਆਪਾਂ ਆਹ ਡੈਫੀਨੇਸ਼ਨ ਕੱਢੀ ਹੈ ਕਿ ਆਪਾਂ ਨੂੰ ਪਤਾ ਪ੍ਰੋਬੇਬਿਲਿਟੀ ਆਫ ਐਫ ਡਿਵਾਈਡ ਸੀ ਇਜ਼ ਇਕੁਅਲ ਟੂ ਪ੍ਰੋਬੇਬਿਲਿਟੀ ਆਫ ਈ ਐਂਡ ਐਫ ਅਪੋਨ ਪ੍ਰੋਬੇਬਿਲਿਟੀ ਆਫ ਈ ਹੋਣਾ ਸੀ। ਤਾਂ ਈ ਇੰਟਰਸੈਕਸ਼ਨ ਐਫ ਕਿਹਦੇ ਇਕੁਅਲ ਹੋਏਗਾ, ਪ੍ਰੋਬੇਬਿਲਿਟੀ ਆਫ ਈ ਇੰਟੂ ਪ੍ਰੋਬੇਬਿਲਿਟੀ ਆਫ ਐਫ ਡਿਵਾਈਡ ਸੀ, ਅਤੇ ਪ੍ਰੋਬੇਬਿਲਿਟੀ ਆਫ ਐਫ ਇੰਟੂ ਪ੍ਰੋਬੇਬਿਲਿਟੀ ਆਫ ਈ ਡਿਵਾਈਡਸ ਐਫ। ਠੀਕ ਹੈ, ਜਨਰਲੀ ਇਹ ਇਹਦੇ ਇਕੁਅਲ ਹੁੰਦਾ, ਜੇ ਇੰਡੀਪੈਂਡੈਂਟ ਹੈ ਤਾਂ ਦੋਨਾਂ ਦੀ ਮਲਟੀਪਲਾਈ ਦੇ ਇਕੁਅਲ ਹੋਏਗਾ। ਇਹਨੂੰ ਆਪਾਂ ਕੀ ਕਹਿੰਦੇ ਨਾ, ਮਲਟੀਪਲੀਕੇਸ਼ਨ ਰੂਲ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਅੱਗੇ ਆਪਣੇ ਕੋਲ ਇਹ ਹੈਗਾ, ਇਫ ਏ ਐਂਡ ਬੀ ਆਰ ਇੰਡੀਪੈਂਡੈਂਟ ਇਵੈਂਟਸ, ਤਾਂ ਏ ਐਂਡ ਬੀ ਬਾਰ ਆਰ ਆਲਸੋ ਇੰਡੀਪੈਂਡੈਂਟ ਹੋਣਗੇ। ਕਲੀਅਰ? ਤਾਂ ਆਪਾਂ ਕੀ ਕਰਾਂਗੇ, ਦੋਨਾਂ ਦੀ ਇੰਟਰਸੈਕਸ਼ਨ ਲੈ ਲਈ, ਇਹਨੂੰ ਆਪਾਂ ਲਿਖ ਸਕਦੇ ਹਾਂ, ਫਾਰਮੂਲਾ ਆਪਾਂ ਨੂੰ ਪਤਾ ਹੈਗਾ, ਇਹ ਕੀਤਾ ਹੋਇਆ ਤੁਸੀਂ, ਪ੍ਰੋਬੇਬਿਲਿਟੀ ਆਫ ਏ ਮਾਈਨਸ ਪ੍ਰੋਬੇਬਿਲਿਟੀ ਆਫ ਏ ਇੰਟਰਸੈਕਸ਼ਨ ਬੀ। ਏ ਇੰਟਰਸੈਕਸ਼ਨ ਦੀ ਵੈਲਿਊ ਪਤਾ ਆਪਾਂ ਨੂੰ, ਪ੍ਰੋਬੇਬਿਲਿਟੀ ਆਫ ਏ ਕੋਮਨ ਕਰ ਲਿਆ, 1 ਮਾਈਨਸ ਪ੍ਰੋਬੇਬਿਲਿਟੀ ਆਫ ਬੀ, ਦੈਟ ਇਜ਼ ਪ੍ਰੋਬੇਬਿਲਿਟੀ ਆਫ ਬੀ ਬਾਰ ਆ ਜਾਏਗਾ। ਉਸ ਤੋਂ ਬਾਅਦ ਅਗਲਾ ਵੀ ਇਸੇ ਤਰ੍ਹਾਂ ਹੀ ਹੈ, ਜੇ ਆਪਾਂ ਨੇ ਸ਼ੋ ਕਰਨਾ ਏ ਬਾਰ ਅਤੇ ਬੀ ਬਾਰ ਦੋਨੋਂ ਕੀ ਹੈ, ਇੰਡੀਪੈਂਡੈਂਟ ਹੈ। ਏ ਬਾਰ ਇੰਟਰਸੈਕਸ਼ਨ ਬੀ ਬਾਰ ਲਿਖ ਲਿਆ, ਇਹਨੂੰ ਆਪਾਂ ਲਿਖ ਸਕਦੇ ਹਾਂ ਪ੍ਰੋਬੇਬਿਲਿਟੀ ਆਫ ਏ ਯੂਨੀਅਨ ਬੀ ਬਾਰ, ਦੈਟ ਇਜ਼ ਇਕੁਅਲ ਟੂ 1 ਮਾਈਨਸ ਪ੍ਰੋਬੇਬਿਲਿਟੀ ਆਫ ਏ ਯੂਨੀਅਨ ਬੀ। ਠੀਕ ਹੈ, ਇਹ ਈਜ਼ੀਲੀ ਪ੍ਰੂਫ ਹੋ ਜਾਏਗਾ ਬੇਟਾ, ਰੀਡ ਕਰ ਲਿਓ ਤੁਸੀਂ। ਥਰਡ ਹੈਗਾ, ਆਪਾਂ ਨੂੰ ਇਵੈਂਟਸ ਦਿੱਤੇ ਅਤੇ ਆਹ ਰਿਜ਼ਲਟ ਆਪਾਂ ਨੇ ਸ਼ੋ ਕਰਨਾ। ਦੇਖੋ, ਇੰਟਰਸੈਕਸ਼ਨ ਲੈਸ ਦੈਨ ਪ੍ਰੋਬੇਬਿਲਿਟੀ ਆਫ ਏ, ਲੈਸ ਦੈਨ ਪ੍ਰੋਬੇਬਿਲਿਟੀ ਆਫ ਏ ਯੂਨੀਅਨ ਬੀ, ਅਤੇ ਲੈਸ ਦੈਨ ਪ੍ਰੋਬੇਬਿਲਿਟੀ ਆਫ ਏ ਪਲੱਸ ਪ੍ਰੋਬੇਬਿਲਿਟੀ ਆਫ ਬੀ ਸ਼ੋ ਕਰਨਾ ਆਪਾਂ ਨੇ। ਆਪਾਂ ਨੂੰ ਪਤਾ ਹੈ ਏ ਇੰਟਰਸੈਕਸ਼ਨ ਬੀ ਕੀ ਹੁੰਦੀ ਹੈ, ਸਬਸੈਟ ਆਫ ਏ ਹੁੰਦਾ, ਤਾਂ ਪ੍ਰੋਬੇਬਿਲਿਟੀ ਕੀ ਹੋਏਗੀ, ਇਸ ਤੋਂ ਛੋਟੀ ਹੋਏਗੀ। ਆਲਸੋ ਏ ਸਬਸੈਟ ਆਫ ਏ ਯੂਨੀਅਨ ਬੀ, ਪ੍ਰੋਬੇਬਿਲਿਟੀ ਆਫ ਏ ਲੈਸ ਦੈਨ ਪ੍ਰੋਬੇਬਿਲਿਟੀ ਆਫ ਏ ਯੂਨੀਅਨ ਬੀ, ਅਤੇ ਏ ਯੂਨੀਅਨ ਬੀ ਦਾ ਫਾਰਮੂਲਾ ਆਪਾਂ ਨੂੰ ਪਤਾ ਹੈ, ਦੈਟ ਇਜ਼ ਲੈਸ ਦੈਨ ਇਕੁਅਲ ਟੂ ਪ੍ਰੋਬੇਬਿਲਿਟੀ ਆਫ ਬੀ। ਕੰਬਾਈਨ ਕਰ ਦਾਂਗੇ, ਆਪਣੇ ਕੋਲ ਰਿਜ਼ਲਟ ਆ ਜਾਏ। ਕਲੀਅਰ ਬੇਟਾ? ਉਸ ਤੋਂ ਬਾਅਦ ਆ ਬੇਟਾ ਐਗਜ਼ਾਮਪਲਸ ਹੋਰ ਦਿੱਤੀਆਂ ਹੋਈਆਂ ਹੈ, ਜਿਵੇਂ ਕਿ ਸੈਕਿੰਡ ਐਗਜ਼ਾਮਪਲ ਦੇਖੋ ਕਿ ਏ ਡਾਈ ਇਜ਼ ਥਰੋਨ ਐਂਡ 6 ਪੋਸੀਬਲ ਆਊਟਕਮਸ ਆਰ ਅਜ਼ਿਊਮਡ ਟੂ ਬੀ ਇਕੁਅਲੀ ਲਾਈਕਲੀ। ਇੱਕ ਡਾਈ ਸਿੱਟੇ ਅਤੇ 6 ਪੋਸੀਬਲ ਆਊਟਕਮਸ ਹੈ। if E is the event, the number appearing is a multiple of 3। ਠੀਕ ਹੈ, E event ਕੀ ਹੈਗਾ, multiple of 3, ਅਤੇ F ਕੀ ਹੈ, number of appearing even number। clear? show that E and F are independent events ਆਪਾਂ ਨੇ ਸ਼ੋ ਕਰਨਾ ਹੈ। ਤਾਂ ਦੇਖੋ,
ਪ੍ਰੋਬੇਬਿਲਿਟੀ ਆਫ ਈਚ ਕੀ ਆ ਗਈ ਹੈ ਮਲਟੀਪਲ ਆਫ 3 ਤੇ 6 2 ਨੰਬਰ ਹੀ ਹੁੰਦੇ ਡਾਈ 'ਚ ਆਪਾਂ ਨੂੰ ਪਤਾ, ਤਾਂ ਉਹਦੀ 1/3 ਹੋ ਗਈ। ਈਵਨ ਨੰਬਰਸ ਹੁੰਦੇ ਆਪਣੇ ਕੋਲ 2 4 6 ਤਾਂ ਉਹਦੀ ਪ੍ਰੋਬੇਬਿਲਿਟੀ 1/2 ਆ ਗਈ। ਈ ਇੰਟਰਸੈਕਸ਼ਨ ਐਫ ਜੇ ਆਪਾਂ ਦੇਖੀਏ ਤਾਂ ਦੈਟ ਇਜ਼ ਦੋਨਾਂ 'ਚ 6 ਕਾਮਨ ਆ ਰਿਹਾ ਤਾਂ 1/6 ਆਪਣੇ ਕੋਲ ਪ੍ਰੋਬੇਬਿਲਿਟੀ ਆ ਗਈ। ਤਾਂ ਹੁਣ ਆਪਾਂ ਨੂੰ ਪਤਾ ਹੈਗਾ ਕਿ 1/6 ਇਜ਼ ਇਕੁਅਲ ਟੂ ਕੀ ਹੁੰਦਾ 1/3 ਇੰਟੂ 1/2 ਆਪਾਂ ਲਿਖ ਸਕਦੇ ਹਾਂ ਇਹਨੂੰ। ਤਾਂ ਮੀਨਸ ਈ ਇੰਟਰਸੈਕਸ਼ਨ ਐਫ ਇਜ਼ ਇਕੁਅਲ ਟੂ ਪ੍ਰੋਬੇਬਿਲਿਟੀ ਆਫ ਈ ਇੰਟੂ ਪ੍ਰੋਬੇਬਿਲਿਟੀ ਆਫ ਐਫ। ਤਾਂ ਆਪਣੇ ਕੋਲ ਫਾਰਮੂਲਾ ਬਣ ਗਿਆ ਦੇਅਰਫੋਰ ਦੋਨੋਂ ਕੀ ਇਹ ਇੰਡੀਪੈਂਡੈਂਟ ਇਵੈਂਟਸ ਹੋਏ। ਇਸੇ ਤਰ੍ਹਾਂ ਬੇਟਾ ਇਹ ਆਪਣੀ ਅਗਲੀਆਂ ਐਗਜ਼ਾਮਪਲਸ ਤੁਸੀਂ ਕਰ ਲਿਓ। ਅਤੇ 10th ਈ ਐਕਸਰਸਾਈਜ਼ ਇਸੇ ਤਰ੍ਹਾਂ ਦੀ ਇੰਡੀਪੈਂਡੈਂਟ ਪ੍ਰੋਬਲਮਸ ਉੱਤੇ ਹੈਗੀ, ਇਹਨੂੰ ਬੇਟਾ ਜ਼ਰੂਰ ਸੋਲਵ ਕਰ ਲਿਓ। ਇੰਪੋਰਟੈਂਟ ਹੈ, ਪੇਪਰ 'ਚ ਇੱਕ ਅੱਧਾ ਸਵਾਲ ਜ਼ਰੂਰ ਹੁੰਦਾ ਇਹਨਾਂ ਦੇ ਵਿੱਚ। ਥੈਂਕ ਯੂ ਬੇਟਾ।